ਮੁੱਖ ਮੰਤਰੀ ਸਾਹਿਬ ਦੇ ਸਿਰਫ ਇਹ ਹੀ ਨਹੀਂ ਕਿ ਪੰਜਾਬ ਦੇ ਜਿਹੜੇ ਸੂਚਨਾ ਫੱਟੇ ਨੇ ਨਾਂ ਨੂੰ ਨੇ ਉਹ ਸਾਰੇ ਜਾਣਕਾਰੀ ਉਹ ਪੰਜਾਬੀ 'ਚ ਹੋ ਜਾਏ। ਮੁੱਖ ਮੰਤਰੀ ਸਾਹਿਬ ਨੂੰ ਮੇਰੀ ਇਹ ਵੀ ਬੇਨਤੀ ਹੈ ਕਿ ਉਹਨਾਂ ਦੇ ਜਿਹੜੇ ਦਫ਼ਤਰ 'ਚੋਂ ਚਿੱਠੀਆਂ ਨਿਕਲਦੀਆਂ ਨੇ ਉਹ ਵੀ ਪੰਜਾਬੀਆਂ ਨੂੰ ਪੰਜਾਬੀ 'ਚ ਨਿਕਲਣ। ਕੋਈ ਅਕਸਰ ਆਉਂਦੇ ਨੇ ਕਿ ਜੇ ਹਜ਼ਾਰਾਂ ਸਾਲਾਂ ਤੋਂ ਜੇ ਪੰਜਾਬੀ ਨਹੀਂ ਬਣੀ ਮਰੀ ਤਾਂ ਹੁਣ ਕਿਵੇਂ ਮਰ ਜਾਏਗੀ। ਪੰਜਾਬੀ ਕਦੀ ਵੀ ਰਾਜ ਭਾਸ਼ਾ ਨਹੀਂ ਰਹੀ ਪਹਿਲਾਂ, ਤਾਂ ਹੁਣ ਕੀ ਪੰਜਾਬੀ ਨੂੰ ਖਤਰਾ ਪੈਦਾ ਹੋ ਗਿਆ। ਕੁਝ ਆਉਂਦੇ ਨੇ ਕਿ ਪੰਜਾਬੀ ਨੂੰ ਬਹੁਤ ਵੱਡਾ ਖਤਰਾ ਆ। ਇਹ ਪ੍ਰਕਿਰਿਆ ਭਾਵੇਂ ਲੰਮੀ ਹੁੰਦੀ ਹੈ ਪਰ ਇਹ ਸਮਝਣਾ ਕਿ ਭਾਸ਼ਾ ਮਰ ਨਹੀਂ ਸਕਦੀ। ਉਹਨਾਂ ਲੋਕਾਂ ਨੂੰ ਮੈਂ ਬੇਨਤੀ ਕਰਾਂਗਾ ਕਿ ਲਾਤੀਨੀ ਅਮਰੀਕਾ ਵੱਲ ਵੇਖੋ, ਚਿਲੀ, ਆਪਣਾ ਉਰਗਵੇ, ਬ੍ਰਾਜ਼ੀਲ, ਵੈਨਜ਼ੂਏਲਾ, ਕਿੱਡੇ ਵੱਡੇ ਵੱਡੇ ਦੇਸ਼ ਨੇ, ਅਰਜਨਟੀਨਾ, ਉਹ ਸਾਰੀਆਂ ਭਾਸ਼ਾਵਾਂ ਉਹਨਾਂ ਦੀਆਂ ਮਰ ਗਈਆਂ ਤੇ ਉੱਥੇ ਸਪੇਨੀ ਭਾਸ਼ਾ ਦਾ ਜਿਹੜਾ ਗਲਬਾ ਹੈ ਚਾਰ ਚਫੇਰੇ ਵੇ। ਸਕੂਲ ਦੀ ਭਾਸ਼ਾ ਜਿਹੜੀ ਭਾਸ਼ਾ 'ਚ ਉਹਨੂੰ ਪੜ੍ਹਾਇਆ ਜਾ ਰਿਹਾ, ਜਿਹੜੀ ਉਹ ਜ਼ਿਆਦਾ ਵਰਤ ਰਿਹਾ, ਉਹਦੀ ਹੌਲੀ ਹੌਲੀ ਪਹਿਲੀ ਭਾਸ਼ਾ ਬਣ ਜਾਏਗੀ, ਫਿਰ ਉਹਦੀ ਮਾਂ ਬੋਲੀ ਬਣ ਜਾਏਗੀ। ਤੇ ਕਈ ਲੋਕਾਂ ਦੇ ਇਹ ਵੀ ਤਰਕ ਦਿੰਦੇ ਹੈਗੇ ਵੀ ਅੰਗਰੇਜ਼ੀ ਹੁਣ ਭਾਸ਼ਾ ਨਹੀਂ ਰਹੀ, ਉਹ ਇੱਕ ਲੋੜ ਬਣ ਗਈ ਹੈ। ਤੁਸੀਂ ਕਿਵੇਂ ਦੇਖਦੇ? ਜਿਹੜੇ ਅੰਗਰੇਜ਼ੀ ਦੇ ਮਾਤ ਭਾਸ਼ੀ ਲੋਕ ਨੇ ਉਹ ਤੇ 50 ਕਰੋੜ ਵੀ ਹੈ ਨਹੀਂ ਹਨ ਜਿਨ੍ਹਾਂ ਦੀ ਅੰਗਰੇਜ਼ੀ ਮਾਂ ਬੋਲੀ ਹੋਵੇ। ਬੋਲੀ ਦੇ ਅੱਗੇ ਮਾਂ ਲੱਗਿਆ ਹੁੰਦਾ ਹੈ। ਜਿਹੜੀਆਂ ਪੰਜਾਬ ਦੀਆਂ ਮਾਵਾਂ ਨੇ ਆਪਣੇ ਬੱਚਿਆਂ ਨੂੰ ਕਿਉਂਕਿ ਭਾਸ਼ਾ ਨਾਲ ਮਾਂ ਬੋਲੀ ਨਾਲ ਜੋੜਦੀਆਂ ਹੈਗੀਆਂ ਨੇ, ਉਹ ਮਾਵਾਂ ਨੂੰ ਕੀ ਸੰਦੇਸ਼ ਦਿੰਦੇ ਹੋ ਕਿ ਕਿਵੇਂ ਆਪਣੀ ਭਾਸ਼ਾ ਨਾਲ ਮਾਂ ਬੋਲੀ ਨਾਲ ਜੁੜੇ ਰਹਿਣ ਬੱਚੇ? ਪੰਜਾਬ ਵਿੱਚ ਸਭ ਕੁਝ ਪੰਜਾਬੀ 'ਚ ਮਿਲਣਾ ਚਾਹੀਦਾ ਹੈ। ਪੰਜਾਬ ਦੀਆਂ ਨੌਕਰੀਆਂ ਪੰਜਾਬੀ 'ਚ ਮਿਲਣ, ਪੰਜਾਬ ਦੀ ਉਚੇਰੀ ਪੜ੍ਹਾਈ, ਪੰਜਾਬ ਦਾ ਦਫ਼ਤਰਾਂ ਦਾ ਕੰਮਕਾਜ। ਮੈਂ ਤਾਂ ਕਹਾਂਗਾ ਕਿ ਕਿਉਂ ਅੰਗਰੇਜ਼ੀ 'ਚ ਇਮਤਿਹਾਨ ਪੰਜਾਬ ਦੇ ਕਿਸੇ ਵੀ ਨੌਕਰੀ ਵਾਸਤੇ ਅੰਗਰੇਜ਼ੀ 'ਚ ਇਮਤਿਹਾਨ ਹੋਵੇ ਹੀ ਕਿਉਂ? ਤੁਸੀਂ ਬੱਚੇ ਨੂੰ ਜਿਵੇਂ ਦੂਜੀ ਦੁਨੀਆ ਕਰਦੀ ਪਈ ਹੈ, ਚੌਥੀ ਪੰਜਵੀਂ ਜਮਾਤ ਤੋਂ ਇੱਕ ਪੜ੍ਹਾਓ ਭਾਸ਼ਾ, ਉਦੋਂ ਜਾ ਕੇ ਅੱਗੇ ਜਾ ਕੇ ਇੱਕ ਹੋਰ ਪੜ੍ਹਾਓ। ਮੈਂ ਤਾਂ ਕਹਿੰਦਾ ਕਿ ਬੱਚਾ ਸਕੂਲ ਤੋਂ ਬਾਹਰ ਆਉਣ ਤੱਕ ਤਿੰਨ ਚਾਰ ਭਾਸ਼ਾਵਾਂ ਸਿੱਖ ਜੇ। ਦਾ ਅਨਮਿਊਟ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ। ਮੈਂ ਜਗਜੀਤ ਸਿੰਘ ਪੰਜੋਲੀ। ਅੱਜ ਗੱਲ ਕਰਾਂਗੇ ਮਾਂ ਬੋਲੀ ਪੰਜਾਬੀ ਦੀ। ਮਾਂ ਬੋਲੀ ਜਿਹੜੀ ਹੈ ਗੁਰੂਆਂ ਦੀ ਬਖਸ਼ੀ ਹੋਈ ਭਾਸ਼ਾ ਹੈਗੀ ਹੈ। ਪੰਜਾਬੀਆਂ ਦੀ ਝੋਲੀ ਦੇ ਵਿੱਚ ਜਿਹੜੀ ਭਾਸ਼ਾ ਪਾਈ ਹੈ ਉਹ ਗੁਰੂ ਸਾਹਿਬਾਨਾਂ ਦੇ ਦਰਸਾਏ ਮਾਰਗ ਤੇ ਪੰਜਾਬੀ ਭਾਸ਼ਾ ਜਿਹੜੀ ਹੈ ਆਪਣਾ ਇੱਕ ਮਹੱਤਤਾ ਰੱਖਦੀ ਹੈ। ਤੇ ਅੱਜ ਦੇ ਸਮੇਂ ਦੇ ਵਿੱਚ ਬਹੁਤ ਸਾਰੇ ਵਿਦਵਾਨ ਜਿਹੜੇ ਨੇ ਪੰਜਾਬੀ ਭਾਸ਼ਾ ਨੂੰ ਗੁਰੂਆਂ ਨਾਲ ਜੋੜ ਕੇ ਕਹਿੰਦੇ ਆ, ਦਲੀਲੇ ਦਿੰਦੇ ਆ ਕਿ ਪੰਜਾਬੀ ਭਾਸ਼ਾ ਨੂੰ ਕੋਈ ਖਤਰਾ ਨਹੀਂ। ਇੱਕ ਤਬਕਾ ਉਹ ਹੈ ਜਿਹੜਾ ਕਹਿੰਦਾ ਪੰਜਾਬੀ ਭਾਸ਼ਾ ਖਤਮ ਹੋ ਰਹੀ ਹੈ, ਇਹਦੇ ਵਿੱਚ ਹੋਰ ਭਾਸ਼ਾਵਾਂ ਜਿਹੜੀਆਂ ਨੇ ਉਹ ਇਹਦੇ ਵਿੱਚ ਦਖਲ ਦੇ ਰਹੀਆਂ ਨੇ ਜਾਂ ਇਹਦੇ ਵਿੱਚ ਜਿਹੜੀ ਹੈ ਰਲ ਮਿਲ ਕੇ ਪੰਜਾਬੀ ਭਾਸ਼ਾ ਨੂੰ ਖਰਾਬ ਕਰ ਰਹੀਆਂ ਨੇ। ਸੋ ਪੰਜਾਬੀ ਭਾਸ਼ਾ ਅਸਲ ਦੇ ਵਿੱਚ ਕਿੱਥੇ ਖੜੀ ਹੈ, ਕਿਹੜੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ, ਕਿਹੜੇ ਹਾਲਾਤਾਂ ਦੇ ਵਿੱਚ ਜਦੋਜਹਿਦ ਕਰ ਰਹੀ ਹੈ, ਜਾਂ ਪੰਜਾਬੀ ਭਾਸ਼ਾ ਸਹੀ ਦਿਸ਼ਾ ਵੱਲ ਜਾ ਰਹੀ ਹੈ, ਇਹ तमाम ਮੁੱਦਿਆਂ ਦੇ ਬਾਬਤ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਭਾਸ਼ਾ ਵਿਗਿਆਨੀ ਪ੍ਰੋਫੈਸਰ ਜੋਗਾ ਸਿੰਘ ਜੀ ਮੌਜੂਦ ਨੇ। ਗੱਲਬਾਤ ਕਰਦੇ ਹਾਂ। ਪ੍ਰੋਫੈਸਰ ਜੋਗਾ ਸਿੰਘ ਜੀ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਬਹੁਤ ਲੰਮਾ ਸਮਾਂ ਇਹਨਾਂ ਨੇ ਸੇਵਾ ਜਿਹੜੀ ਉੱਥੇ ਨਿਭਾਈ ਹੈ। ਪ੍ਰੋਫੈਸਰ ਸਾਹਿਬ ਤੁਹਾਡਾ ਪਹਿਲਾਂ ਦਾ ਅਨਮਿਊਟ 'ਤੇ ਸਵਾਗਤ ਹੈ ਜੀ। ਬਹੁਤ ਬਹੁਤ ਧੰਨਵਾਦ ਜੀ। ਸਾਰੇ ਦਰਸ਼ਕਾਂ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਤੁਸੀਂ ਸਵਾਲ ਬਹੁਤ ਜ਼ਿਆਦਾ ਮਹੱਤਵਪੂਰਨ ਕੀਤਾ ਹੈ ਕਿਉਂਕਿ ਇਸ ਗੱਲ ਬਾਰੇ ਬੜੇ ਭਰਮ ਨੇ ਕਿ ਪੰਜਾਬੀ ਨੂੰ ਖਤਰਾ ਹੈ ਜਾਂ ਨਹੀਂ ਹੈ। ਕੋਈ ਅਕਸਰ ਆਉਂਦੇ ਨੇ ਕਿ ਜੇ ਹਜ਼ਾਰਾਂ ਸਾਲਾਂ ਤੋਂ ਜੇ ਪੰਜਾਬੀ ਨਹੀਂ ਬਣੀ ਮਰੀ ਤਾਂ ਹੁਣ ਕਿਵੇਂ ਮਰ ਜਾਏਗੀ। ਪੰਜਾਬੀ ਕਦੀ ਵੀ ਰਾਜ ਭਾਸ਼ਾ ਨਹੀਂ ਰਹੀ ਪਹਿਲਾਂ, ਤਾਂ ਹੁਣ ਕੀ ਪੰਜਾਬੀ ਨੂੰ ਖਤਰਾ ਪੈਦਾ ਹੋ ਗਿਆ। ਕੁਝ ਆਉਂਦੇ ਨੇ ਕਿ ਪੰਜਾਬੀ ਨੂੰ ਬਹੁਤ ਵੱਡਾ ਖਤਰਾ ਆ। ਵੇਖੋ, ਇਹ ਸਵਾਲ ਅਜਿਹਾ ਇਹ ਹੈ ਕਿ ਇਕੱਲਾ ਪੰਜਾਬੀ ਨੂੰ ਹੀ ਦਰਪੇਸ਼ ਨਹੀਂ ਹੋਇਆ। ਸਾਰੀ ਦੁਨੀਆ ਦੀਆਂ ਭਾਸ਼ਾਵਾਂ, ਖਾਸ ਤੌਰ 'ਤੇ ਉਹ ਭਾਸ਼ਾਵਾਂ ਜਿਹੜੀਆਂ ਸਾਮਰਾਜ ਦੀਆਂ ਭਾਸ਼ਾਵਾਂ ਨਹੀਂ ਰਹੀਆਂ, ਜਿਵੇਂ ਅੰਗਰੇਜ਼ੀ ਜਾਂ ਫਰਾਂਸੀਸੀ ਜਾਂ ਸਪੇਨੀ, ਤੋਂ ਜਿਹੜੀਆਂ ਬਸਤੀਆਂ ਦੀਆਂ ਭਾਸ਼ਾਵਾਂ ਸਨ, ਲੋਕ ਜਿਨ੍ਹਾਂ ਦੇ ਉੱਤੇ ਹੋਰਨਾਂ ਲੋਕਾਂ ਦਾ ਰਾਜ ਰਿਹਾ ਹੈ। ਇਹ ਸਵਾਲ ਉਹਨਾਂ ਸਾਰਿਆਂ ਦੇ ਸਾਹਮਣੇ ਲਗਭਗ ਸਾਹਮਣੇ ਆਇਆ ਔਰ ਉਹਨਾਂ ਨੂੰ ਲੱਗਾ ਵੀ ਸਾਡੀਆਂ ਭਾਸ਼ਾਵਾਂ ਜਿਹੜੀਆਂ ਨੇ ਉਹ ਤਾਂ ਮਰ ਰਹੀਆਂ ਨੇ, ਉਹਨਾਂ ਨੂੰ ਕਿਵੇਂ ਬਚਾਇਆ ਜਾਏ। ਤਾਂ ਸਿਆਣਿਆਂ ਨੇ ਇਸ ਗੱਲ ਦੀ ਬੜੀ ਪੜਤਾਲ ਕੀਤੀ ਕਿ ਕੋਈ ਭਾਸ਼ਾ ਕਦੋਂ ਮਰਦੀ ਹੈ, ਕਦੋਂ ਉਹਨੂੰ ਖਤਰਾ ਪੈਦਾ ਹੁੰਦਾ ਹੈ। ਤਾਂ ਉਹਨਾਂ ਨੇ ਕੁਝ ਜਿਹੜੇ ਨੇ ਉਹ ਸਾਨੂੰ ਤਰੀਕੇ ਦੱਸੇ ਨੇ, ਢੰਗ ਦੱਸੇ ਨੇ, ਕੁਝ ਕਾਰਕ ਦੱਸੇ ਨੇ ਵੀ ਇਹਨਾਂ ਨੂੰ ਤੁਸੀਂ ਵੇਖ ਲਵੋ ਵੀ ਇਹ ਤੁਹਾਨੂੰ ਰੋਸ਼ਨੀ ਪਾਉਣਗੇ ਇਸ ਗੱਲ 'ਤੇ, ਇਹ ਦੱਸਣਗੇ ਵੀ ਕਿੰਨਾ ਕੁ ਖਤਰਾ ਹੈ ਜਾਂ ਕਿੰਨਾ ਕੁ ਖਤਰਾ ਨਹੀਂ ਹੈ। ਇਹਦੇ ਬਾਰੇ ਮੈਂ ਥੋੜ੍ਹਾ ਜਿਹਾ ਲਾਭ ਲੈ ਕੇ ਤੁਹਾਡੇ ਗੱਲਬਾਤ ਦਾ ਇਹ ਵੀ ਦੱਸਾਂਗਾ। ਮੈਂ ਇਹਦੇ ਉੱਤੇ ਇੱਕ ਬੜਾ ਲੰਮਾ ਲੇਖ ਵੀ ਲਿਖਿਆ ਸੀ 2013 ਦੇ ਵਿੱਚ, ਫਿਲਹਾਲ ਰਸਾਲੇ 'ਚ ਛਪਿਆ ਸੀ, ਪੰਜਾਬੀ ਨੂੰ ਕਿੰਨਾ ਕੁ ਖਤਰਾ। ਤਾਂ ਉਹਦੇ ਵਿੱਚ ਸਾਰੇ ਕਾਰਕਾਂ ਦੀ ਜਿਹੜੀ
ਯੂਨੈਸਕੋ ਨੇ 2003 ਦੇ ਵਿੱਚ ਇੱਕ ਆਪਣਾ ਬਹੁਤ ਲੰਬੀ ਇੱਕ ਕਿਤਾਬ ਵਾਂਗੀ ਲਿਖੋ ਵੱਡਾ ਖੋਜ ਪੱਤਰ ਲਿਖਿਆ ਵੀ ਭਾਸ਼ਾ ਕਦੋਂ ਖਤਰੇ 'ਚ ਹੁੰਦੀ ਹੈ। ਤਾਂ ਉਹਦੇ 'ਚ ਉਹਨਾਂ ਨੇ ਜੇ ਮੈਂ ਉਹਨਾਂ ਸਾਰੇ ਜਿਹੜਾ ਉਹਨਾਂ ਨੇ ਤੱਤ ਕਾਰਕ ਦੱਸੇ ਨੇ ਵੀ ਕਿਹੜੇ ਕਾਰਨ ਨੇ ਕਿ ਜਦੋਂ ਭਾਸ਼ਾ ਮਰਦੀ ਹੈ, ਤਾਂ ਜੇ ਉਹਨੂੰ ਮੈਂ ਇੱਕ ਸਾਰੇ ਕਾਰਨਾਂ ਨੂੰ ਇੱਕ ਸ਼ਬਦ ਸਮੇਟਣਾ ਹੋਏ ਤਾਂ ਮੈਂ ਕਹਾਂਗਾ ਕਿ ਜਿਸ ਭਾਸ਼ਾ ਦੀ ਜਿੰਨੀ ਵਰਤੋਂ ਹੈ ਉਹ ਭਾਸ਼ਾ ਓਨਾ ਹੀ ਜਿਉਂਦਾ ਰਹੇਗੀ। ਜੇ ਤੇ ਕਿਸੇ ਭਾਸ਼ਾ ਦੀ ਵਰਤੋਂ ਵੱਧ ਰਹੀ ਹੈ ਤੇ ਇਹਦਾ ਮਤਲਬ ਉਹਦਾ ਵਿਕਾਸ ਹੋ ਰਿਹਾ ਹੈ। ਜੇ ਭਾਸ਼ਾ ਦੀ ਕਿਸੇ ਦੀ ਵਰਤੋਂ ਘਟ ਰਹੀ ਹੈ ਤੇ ਇਹਦਾ ਮਤਲਬ ਉਹ ਮਰਨ ਦੇ ਰਾਹ ਤੇ ਪੈ ਚੁੱਕੀ ਹੈ। ਭਾਸ਼ਾਵਾਂ 2-4 ਦਿਨਾਂ 2 ਸਾਲਾਂ 10 ਸਾਲਾਂ 'ਚ ਤੇ ਨਹੀਂ ਮਰਦੀਆਂ ਹੁੰਦੀਆਂ। ਇਹ ਪ੍ਰਕਿਰਿਆ ਭਾਵੇਂ ਲੰਮੀ ਹੁੰਦੀ ਹੈ, ਪਰ ਇਹ ਸਮਝਣਾ ਕਿ ਭਾਸ਼ਾ ਮਰ ਨਹੀਂ ਸਕਦੀ। ਉਹਨਾਂ ਲੋਕਾਂ ਨੂੰ ਮੈਂ ਬੇਨਤੀ ਕਰਾਂਗਾ ਕਿ ਲਾਤੀਨੀ ਅਮਰੀਕਾ ਵੱਲ ਵੇਖੋ, ਚਿਲੀ, ਆਪਣਾ ਉਰਗਵੇ, ਬ੍ਰਾਜ਼ੀਲ, ਵੈਨਜ਼ੂਏਲਾ, ਕਿੱਡੇ ਵੱਡੇ ਵੱਡੇ ਦੇਸ਼ ਨੇ, ਅਰਜਨਟੀਨਾ, ਉਹ ਸਾਰੀਆਂ ਭਾਸ਼ਾਵਾਂ ਉਹਨਾਂ ਦੀਆਂ ਮਰ ਗਈਆਂ ਤੇ ਉੱਥੇ ਸਪੇਨੀ ਭਾਸ਼ਾ ਦਾ ਜਿਹੜਾ ਗਲਬਾ ਹੈ 4 ਚੁਫੇਰੇ ਵੇ, ਕਿਉਂਕਿ ਉਹਨਾਂ ਦੀ ਭਾਸ਼ਾ ਜਿਹੜੀਆਂ ਨੇ ਵਰਤੀਆਂ ਹੀ ਨਹੀਂ ਗਈਆਂ। ਖਾਸ ਤੌਰ ਤੇ ਪਹਿਲਾਂ ਭਾਸ਼ਾਵਾਂ ਨੂੰ ਖਤਰਾ ਇੰਨਾ ਨਹੀਂ ਸੀ ਹੁੰਦਾ ਕਿਉਂਕਿ ਕਿਸੇ ਹੋਰ ਭਾਸ਼ਾ ਦਾ ਦਖਲ ਨਹੀਂ ਸੀ ਹੁੰਦਾ। ਹੁਣ ਅੱਜ ਤੋਂ 100 ਸਾਲ ਪਹਿਲਾਂ ਪਿੰਡ ਦਾ ਬੰਦਾ ਪਿੰਡ 'ਚ ਪੈਦਾ ਹੁੰਦਾ ਸੀ, ਪਿੰਡ 'ਚ ਕੰਮ ਸਿੱਖਦਾ ਸੀ, ਪਿੰਡ 'ਚ ਸਾਰਾ ਕਾਰ ਵਿਹਾਰ ਚੱਲਦਾ ਸੀ। ਕਦੀ ਕਦਾਈ ਬਾਹਰ ਜਾਂਦਾ ਸੀ ਤਾਂ ਉਹ ਕੋਈ 50-100 ਕਿਲੋਮੀਟਰ ਦੂਰ ਤੱਕ ਆਪਣੀ ਭਾਸ਼ਾ ਦੇ ਬੋਲਦੇ ਇਲਾਕੇ 'ਚ ਬਹੁਤਾ ਜਾਂਦਾ ਸੀ, ਤਾਂ ਕਿਸੇ ਭਾਸ਼ਾ ਦਾ ਦੂਜੀ ਭਾਸ਼ਾ 'ਚ ਦਖਲ ਨਹੀਂ ਸੀ। ਹੁਣ ਦੁਨੀਆ ਆਪਸ ਦੇ ਵਿੱਚ ਬੜੀ ਜੁੜ ਗਈ ਹੈ, ਹੋਰਨਾਂ ਭਾਸ਼ਾਵਾਂ ਦਾ ਦਖਲ ਬਹੁਤ ਜ਼ਿਆਦਾ ਹੋ ਗਿਆ ਔਰ ਖਾਸ ਤੌਰ ਤੇ ਜਿਹੜਾ ਦਖਲ ਵੱਡਾ ਆ ਉਹ ਸਭ ਤੋਂ ਜਿਹੜਾ ਸੰਵੇਦਨਸ਼ੀਲ ਦਖਲ ਹੈ, ਜਿਹੜਾ ਸਭ ਤੋਂ ਜਿਹੜਾ ਨੁਕਸਾਨ ਦੇਣ ਵਾਲਾ ਉਹ ਹੈ ਸਿੱਖਿਆ ਦੇ ਵਿੱਚ ਕਿਸੇ ਭਾਸ਼ਾ ਦਾ ਦੂਜੀ ਦਾ ਦਖਲ, ਔਰ ਉਹ ਵੀ ਸਿੱਖਿਆ ਦੇ ਮਾਧਿਅਮ ਵਜੋਂ ਦਖਲ। ਕਿਉਂਕਿ ਅੱਜ ਹਰ ਇੱਕ ਬੱਚਾ ਜਿਹੜਾ ਉਹ ਹੁਣ ਤੇ 2.5 ਸਾਲ ਦਾ ਨਿਆਣਾ ਜਿਹੜਾ ਉਸ ਤੋਂ ਵੀ ਪਹਿਲਾਂ ਜਿਹੜਾ ਪੜ੍ਹਾਈ ਸ਼ੁਰੂ ਕਰ ਦਿੰਦਾ ਹੈ, ਔਰ 2.5 ਸਾਲ ਦਾ ਤੇ ਉਹ ਫਿਰ ਆਪਣੇ ਪਾਠਸ਼ਾਲਾ ਵੀ ਜਾਣ ਲੱਗ ਜਾਂਦਾ ਹੈ। ਤਾਂ ਜਿਹੜੀ ਉਹਦੀ ਸਕੂਲ ਪਾਠਸ਼ਾਲਾ ਦੀ ਭਾਸ਼ਾ ਹੈ, ਸਕੂਲ ਦੀ ਭਾਸ਼ਾ ਹੈ, ਜਿਹੜੀ ਭਾਸ਼ਾ 'ਚ ਉਹਨੂੰ ਪੜ੍ਹਾਇਆ ਜਾ ਰਿਹਾ, ਜਿਹੜੀ ਉਹ ਜ਼ਿਆਦਾ ਵਰਤ ਰਿਹਾ, ਉਹ ਹੀ ਉਹਦੀ ਹੌਲੀ ਹੌਲੀ ਪਹਿਲੀ ਭਾਸ਼ਾ ਬਣ ਜਾਏਗੀ, ਫਿਰ ਉਹਦੀ ਮਾਂ ਬੋਲੀ ਬਣ ਜਾਏਗੀ। ਤਾਂ ਇਸ ਵਕਤ ਪੰਜਾਬ ਦੇ ਵਿੱਚ 50% ਦੇ ਕਰੀਬ ਬੱਚੇ ਜਿਹੜੇ ਨੇ ਉਹ ਅੰਗਰੇਜ਼ੀ ਮਾਧਿਅਮ 'ਚ ਪੜ੍ਹਦੇ ਪਏ ਨੇ। ਤਾਂ ਇਹ ਜਿਹੜੇ ਅੰਗਰੇਜ਼ੀ ਮਾਧਿਅਮ 'ਚ ਪੜ੍ਹਦੇ ਪਏ ਨੇ ਇਹਨਾਂ ਨੂੰ ਕੱਲ੍ਹ ਨੂੰ ਅੰਗਰੇਜ਼ੀ 'ਚ ਗੱਲ ਕਰਨੀ ਜ਼ਿਆਦਾ ਸੌਖੀ ਲੱਗੇਗੀ ਪੰਜਾਬੀ ਨਾਲੋਂ। ਤੇ ਇਹ ਤੇ ਚਾਹੁੰਣਗੇ ਵੀ ਇਹ ਕਿ ਪੰਜਾਬ ਦੇ ਵਿੱਚ ਸਭ ਕੁਝ ਅੰਗਰੇਜ਼ੀ 'ਚ ਹੋ ਜਾਏ ਤਾਂ ਕਿ ਸਾਨੂੰ ਔਖ ਨਾ ਆਵੇ, ਕਿਉਂਕਿ ਉਹਨਾਂ ਨੂੰ ਪੰਜਾਬੀ ਤੇ ਅੰਗਰੇਜ਼ੀ ਨਾਲੋਂ ਘੱਟ ਆਉਣੀ ਹੈ। ਇਹ ਸਮਝਣਾ ਕਿ ਖਤਰਾ ਨਹੀਂ, ਤਾਂ ਇਹ ਹੀ ਵੇਖ ਲਓ ਕਿ ਸਾਡੀ ਸਿੱਖਿਆ ਦੇ ਵਿੱਚ ਖਾਸ ਤੌਰ ਸਿੱਖਿਆ ਦੇ ਮਾਧਿਅਮ ਵਜੋਂ ਕਿਸੇ ਭਾਸ਼ਾ ਦਾ ਕਿੰਨਾ ਦਖਲ ਹੈ, ਓਨਾ ਹੀ ਸਾਡੀ ਭਾਸ਼ਾ ਨੂੰ ਖਤਰਾ ਹੈ। ਦੂਜੀ ਗੱਲ ਵੇਖੋ ਕਿ ਜੇ ਰਾਜਕਾਜ ਦਾ ਕੰਮ ਹੈ, ਪ੍ਰਸ਼ਾਸਨ ਦਾ ਕੰਮ ਹੈ, ਉਹ ਵੀ ਸਾਡਾ ਕਾਨੂੰਨ ਬਣਿਆ ਹੋਇਆ ਹੈ ਕਿ ਪੰਜਾਬ ਦਾ ਸਾਰਾ ਕੰਮ ਪੰਜਾਬੀ 'ਚ ਹੋਏਗਾ, ਜਾਂ ਜਿਹੜੇ ਤਮਿਲਨਾਡੂ ਹੈ ਤੇ ਉਹਦਾ ਕੰਮ ਤਮਿਲ 'ਚ ਹੋਏਗਾ। ਇਹੋ ਜਿਹੇ ਕਾਨੂੰਨ ਬਣੇ ਹੋਏ ਨੇ ਸੂਬਿਆਂ ਦੇ ਵਿੱਚ, ਲੇਕਿਨ ਅਸਲ ਵਿੱਚ ਇਹ ਨਹੀਂ ਹੁੰਦਾ ਪਿਆ। ਪੰਜਾਬ ਦੇ ਵਿੱਚ ਸਾਰਾ ਜਿਹੜਾ ਤੁਸੀਂ ਵੇਖਦੇ ਪਏ ਹੋ ਕਿ ਜਿਹੜੀਆਂ ਪਿੱਛੇ ਜੀ ਨਾਇਬ ਤਹਿਸੀਲਦਾਰ ਦੇ ਇਮਤਿਹਾਨ ਹੋਏ ਨੇ ਉਹ ਵੀ ਅੰਗਰੇਜ਼ੀ ਮਾਧਿਅਮ 'ਚ। 3-4 ਸਾਲ ਪਹਿਲਾਂ ਬਿਜਲੀ ਦੇ ਮਹਿਕਮੇ ਦੇ ਕਲਰਕਾਂ ਦੇ ਇਮਤਿਹਾਨ ਹੋਣੇ ਸੀ ਤੇ ਉਹ ਵੀ ਸਿਰਫ ਅੰਗਰੇਜ਼ੀ 'ਚ। ਤੇ ਜਦੋਂ ਤੁਹਾਡਾ ਕੰਮ ਸਾਰਾ ਕੁਝ ਕੰਮ ਹੀ ਪੰਜਾਬੀ 'ਚ ਨਹੀਂ ਹੁੰਦਾ, ਸਾਰਾ ਕੁਝ ਦੂਜੀ ਭਾਸ਼ਾ 'ਚ ਮਿਲਦਾ ਹੈ, ਸਿੱਖਿਆ ਦੂਜੀ ਭਾਸ਼ਾ ਮਿਲਦੀ ਹੈ, ਤਾਂ ਪੰਜਾਬੀ ਬਚੇਗੀ ਕਿਵੇਂ? ਇਹ ਤਾਂ ਨਹੀਂ ਕਿ 10 ਸਾਲਾਂ 5 ਸਾਲਾਂ ਪੰਜਾਬੀ ਮਰ ਚੱਲੀ ਹੈ, ਪਰ ਜੇ ਜਦੋਂ ਪੰਜਾਬੀ ਜਿਹੜੀ ਆਉਣ ਵਾਲੀ ਸਾਡੀ ਪੀੜ੍ਹੀ ਹੈ ਉਹ ਜਦੋਂ ਆਪਣੀ ਭਾਸ਼ਾ ਤੋਂ ਦੂਰ ਹੁੰਦੀ ਜਾਂਦੀ ਹੈ, ਖਾਸ ਤੌਰ ਤੇ ਸਿੱਖਿਆ ਦੇ ਕਾਰਨ, ਸਿੱਖਿਆ ਦੇ ਮਾਧਿਅਮ ਦੇ ਕਾਰਨ, ਤਾਂ ਪੰਜਾਬੀ ਕਿਵੇਂ ਬਚੀ ਰਹਿ ਸਕਦੀ ਹੈ? ਗਲੋਬਲਾਈਜੇਸ਼ਨ ਦਾ ਯੁੱਗ ਹੈਗਾ। ਗਲੋਬਲਾਈਜੇਸ਼ਨ ਦੇ ਵਿੱਚ ਜੇ ਆਪਾਂ ਦੇਖੀਏ ਤਾਂ ਲੋਕ ਜਿਹੜੇ ਨੇ ਦੂਰ ਦਰਾਡੇ ਵੱਸ ਰਹੇ ਨੇ ਤੇ ਇੱਕ ਥਾਂ ਇਕੱਠੇ ਵੀ ਹੋ ਗਏ ਇੰਟਰਨੈਟ ਦੇ ਮਾਧਿਅਮ ਰਾਹੀਂ। ਤਾਂ ਉਹਦੇ ਦੌਰ ਦੇ ਵਿੱਚ ਤੁਸੀਂ ਬਤੌਰ ਭਾਸ਼ਾ ਵਿਗਿਆਨੀ ਕੀ ਸੋਚਦੇ ਹੋ ਕਿ ਪੰਜਾਬੀ ਭਾਸ਼ਾ ਕਿੱਥੇ ਖੜੀ ਹੈ ਤੇ ਵੱਡੀ ਚੁਣੌਤੀ ਕਿਹੜੀ ਸਮਝਦੇ ਹੋ? ਬਹੁਤ ਤੁਹਾਡਾ ਸਵਾਲ ਬਹੁਤ ਹੀ ਅਹਿਮ ਹੈ ਕਿ ਪਹਿਲੀ ਗੱਲ ਤਾਂ ਮੈਂ ਆਖਣੀ ਚਾਹਾਂਗਾ ਕਿ ਇਸ ਮਾਮਲੇ ਬਾਰੇ ਕਿ ਜਿਹੜਾ ਇਹ ਭੂਮੰਡਲੀਕਰਨ ਹੋਇਆ, ਸਾਰੀ ਦੁਨੀਆ ਜੁੜ ਗਈ ਹੈ, ਅਰਥਚਾਰੇ ਜੁੜ ਗਏ ਨੇ, ਆਵਾਜਾਈ ਬਹੁਤ ਵੱਧ ਗਈ ਹੈ, ਲੋਕ ਵਸ ਗਏ ਥਾਂ ਥਾਂ ਤੇ, ਇੱਕ ਹੀ ਪਰਿਵਾਰ ਦੇ ਜੀ 3-3 ਦੇਸ਼ਾਂ 'ਚ ਵਸਦੇ ਨੇ ਪਏ। ਇਹ ਸਥਿਤੀ ਇਕੱਲੀ ਸਾਡੀ ਨਹੀਂ ਹੈ, ਇਹ ਸਾਰੀ ਦੁਨੀਆ ਦੀ ਹੈ। ਜਿਹੜਾ ਗਲੋਬਲਾਈਜੇਸ਼ਨ ਸ਼ਬਦ ਤੁਸੀਂ ਵਰਤਿਆ, ਭੂਮੰਡਲੀਕਰਨ, ਵਿਸ਼ਵੀਕਰਨ, ਇਹ ਸਾਰੀ ਦੁਨੀਆ ਲਈ ਹੈ। ਤਾਂ ਸਾਰੀ ਦੁਨੀਆ ਆਪਣੀਆਂ ਭਾਸ਼ਾਵਾਂ ਛੱਡ ਕੇ ਦੂਜੀਆਂ ਭਾਸ਼ਾਵਾਂ ਵੱਲ ਤਾਂ ਭੱਜ ਨਹੀਂ ਰਹੀ। ਇਹ ਗੱਲ ਠੀਕ ਹੈ ਕਿ ਇਸ ਸਥਿਤੀ ਨੇ ਸਾਨੂੰ ਲੋੜ ਸਾਡੀ ਪੈਦਾ ਕਰ ਦਿੱਤੀ ਹੈ ਕਿ ਅਸੀਂ ਹੋਰ ਭਾਸ਼ਾਵਾਂ ਜਾਣੀਏ, ਪੜ੍ਹੀਏ, ਸਿੱਖੀਏ, ਔਰ ਜਿੰਨੀਆਂ ਸਿੱਖੀਆਂ ਜਾਣ ਉਨੀਆਂ ਹੀ ਥੋੜ੍ਹੀਆਂ ਨੇ। ਜਿੰਨਾ ਹੋਰ ਭਾਸ਼ਾਵਾਂ ਸਿੱਖਣੀਆਂ, ਖਾਸ ਤੌਰ 'ਤੇ ਅੰਗਰੇਜ਼ੀ ਵਰਗੀ ਭਾਸ਼ਾ ਜਿਹਦੇ 'ਚ ਬਹੁਤ ਜ਼ਿਆਦਾ ਗਿਆਨ ਵਿਗਿਆਨ ਹੈ, ਜਿਹੜੀ ਬਹੁਤ ਦੇਸ਼ਾਂ 'ਚ ਬੋਲੀ ਜਾਂਦੀ ਹੈ, ਵੱਡੀ ਗਿਣਤੀ ਲੋਕ ਬੋਲਦੇ ਨੇ, ਉਹ ਸਿੱਖਣੀ ਤਾਂ ਬਹੁਤ ਚੰਗੀ ਗੱਲ ਹੈ, ਔਰ ਉਹਦੇ ਨਾਲ ਤੁਹਾਨੂੰ ਇੱਕ ਤਾਕਤ ਆਉਂਦੀ ਹੈ, ਗਿਆਨ ਵਿਗਿਆਨ ਤੱਕ ਚੀਜ਼ਾਂ ਤੱਕ ਤੁਹਾਡੀ ਪਹੁੰਚ ਹੁੰਦੀ ਹੈ, ਤੁਹਾਡੀ ਬਹੁਤ ਥਾਵਾਂ 'ਤੇ ਤੁਸੀਂ ਆਵਾਜਾਈ ਜਾ ਕੇ ਨੌਕਰੀਆਂ ਕਰ ਸਕਦੇ ਹੋ। ਪਰ ਸਵਾਲ ਇਹ ਕਿ ਅੰਗਰੇਜ਼ੀ ਕਿਵੇਂ ਪੜ੍ਹੀ ਜਾਏ? ਅੰਗਰੇਜ਼ੀ ਪੜ੍ਹਨ ਦਾ ਠੀਕ ਤਰੀਕਾ ਕੀ ਹੈ? ਇਹ ਅੰਗਰੇਜ਼ੀ ਪੜ੍ਹਨ ਦਾ ਠੀਕ ਤਰੀਕਾ ਇਹ ਨਹੀਂ ਹੈ ਕਿ ਜੇ ਅੰਗਰੇਜ਼ੀ ਸਿੱਖਣੀ ਹੈ ਤਾਂ ਅੰਗਰੇਜ਼ੀ ਮਾਧਿਅਮ 'ਚ ਪੜ੍ਹਾਈ ਕਰ ਦਿਓ ਸਾਰੀ, ਪੰਜਾਬ ਦੀ ਜਿਹੜੀ ਅੰਗਰੇਜ਼ੀ ਮਾਧਿਅਮ 'ਚ ਕਰ ਦਿਓ, ਪੰਜਾਬੀ ਛੱਡ ਕੇ, ਹਰਿਆਣੇ ਦੀ ਜਿਹੜੀ ਹੈ ਹਿੰਦੀ ਛੱਡ ਕੇ ਅੰਗਰੇਜ਼ੀ ਮਾਧਿਅਮ 'ਚ ਕਰ ਦਿਓ, ਤਮਿਲਨਾਡੂ ਦੀ ਤਮਿਲ ਛੱਡ ਕੇ ਅੰਗਰੇਜ਼ੀ ਮਾਧਿਅਮ 'ਚ ਕਰ ਦਿਓ। ਉਹਦਾ ਸਿਆਣਿਆਂ ਨੇ ਉਹ ਪੜਤਾਲਾਂ ਕੀਤੀਆਂ ਨੇ, ਖੋਜ ਕੀਤੀ ਹੈ, ਸਿੱਟੇ ਕੱਢੇ ਨੇ, ਔਰ ਦੁਨੀਆ ਸਾਰੀ ਕਾਮਯਾਬ ਦੁਨੀਆ ਕੰਮ ਕਰਦੀ ਪਈ ਹੈ। ਸਾਰੀ ਦੁਨੀਆ ਵੱਖ-ਵੱਖ ਭਾਸ਼ਾਵਾਂ, ਚੀਨ ਵਾਲੇ ਅੰਗਰੇਜ਼ੀ ਵੀ ਸਿੱਖਦੇ ਨੇ, ਜਰਮਨ ਸਿੱਖਦੇ, ਫਰੈਂਚ ਸਿੱਖਦੇ ਨੇ, ਕੋਰੀਆ ਵਾਲੇ ਅੰਗਰੇਜ਼ੀ ਸਿੱਖਦੇ ਨੇ, ਜਰਮਨ ਸਿੱਖਦੇ, ਫਰੈਂਚ ਸਿੱਖਦੇ ਨੇ, ਹੋਰ ਰੂਸੀ ਵੀ ਸਿੱਖਦੇ, ਹੋਰ ਭਾਸ਼ਾਵਾਂ ਸਿੱਖਦੇ ਨੇ। ਤਾਂ ਉਹ ਸਾਰੇ ਸਿੱਖਦੇ ਪਏ ਨੇ। ਤਾਂ ਜਿਹੜੇ
ਆਪਾਂ ਨੂੰ ਉਹ ਤਾਂ ਸਿੱਖਣਾ ਚਾਹੀਦਾ। ਮਾਰ ਉਹਦਾ ਤਰੀਕਾ ਜਿਹੜਾ ਆ ਉਹ ਵੀ ਸਾਰਿਆਂ ਦੇ ਹੁਣ ਸਾਹਮਣੇ ਵੇ। ਅੱਜ ਕੱਲ੍ਹ ਤੇ ਜਾਣਕਾਰੀ ਸਾਰਿਆਂ ਦੀ ਜੇਬ 'ਚ ਪਈ ਹੋਈ ਹੈ ਵੀ ਤੁਸੀਂ ਆਪਣਾ ਖੋਲ੍ਹੋ, ਮੱਕੜ ਜਾਲ ਖੋਲ੍ਹੋ ਤੇ ਤੁਹਾਨੂੰ ਪਤਾ ਲੱਗ ਜਾਏਗਾ ਵੀ ਅੰਗਰੇਜ਼ੀ ਸਿੱਖਣ ਦਾ ਠੀਕ ਤਰੀਕਾ ਕੀ ਹੈ। ਤੇ ਅਸੀਂ ਚੰਡੀਗੜ੍ਹ 'ਚ ਬੈਠੇ ਹਾਂ। ਚੰਡੀਗੜ੍ਹ ਦੇ ਵਿੱਚ ਹੀ ਦੁਨੀਆ ਦੀ ਸਭ ਤੋਂ ਅੰਗਰੇਜ਼ੀ ਦਾ ਵੱਡਾ ਡਾਕਟਰ ਬੈਠਾ ਹੈ ਜਿਹਦਾ ਨਾਮ ਬ੍ਰਿਟਿਸ਼ ਕਾਉਂਸਲ। ਬ੍ਰਿਟਿਸ਼ ਕਾਉਂਸਲ ਆਈਲੈਟਸ ਦੇ ਪੇਪਰ ਲੈਂਦੀ ਹੈ, ਆਈਲੈਟਸ ਦੇ ਬੈਂਡ ਦਿੰਦੀ ਹੈ, ਆਈਲੈਟਸ ਦੀਆਂ ਫੀਸਾਂ ਲੈਂਦੀ ਹੈ। 20,000 ਕਰੋੜ ਰੁਪਈਆ ਹਰ ਸਾਲ ਪੰਜਾਬ ਤੋਂ ਫੀਸਾਂ 'ਚ ਲੈ ਜਾਂਦੇ ਨੇ। ਤੇ ਆਪਾਂ ਨੂੰ ਬ੍ਰਿਟਿਸ਼ ਕਾਉਂਸਲ ਨੂੰ ਪੁੱਛਣਾ ਚਾਹੀਦਾ, ਭਾਈ ਤੁਸੀਂ ਅੰਗਰੇਜ਼ੀ ਪੜ੍ਹਾਉਣ ਦੇ ਬੜੇ ਵੱਡੇ ਡਾਕਟਰ ਹੋ, ਤੁਹਾਨੂੰ ਬੜਾ ਸਭ ਤੋਂ ਵੱਧ ਪਤਾ ਹੈ ਅੰਗਰੇਜ਼ੀ ਕਿਵੇਂ ਸਿੱਖੀਦੀ ਹੈ। ਤੇ ਅਸੀਂ ਉਹਨਾਂ ਨੂੰ ਪੁੱਛ ਲਈਏ। ਉਹਨਾਂ ਆਪਣੀਆਂ ਕਿਤਾਬਾਂ 'ਚ ਲਿਖਿਆ ਹੋਇਆ ਹੈ ਕਿ ਜੇ ਬਾਕੀ ਗੱਲਾਂ ਇੱਕੋ ਜਿਹੀਆਂ ਹੋਣ, ਪੜ੍ਹਾਈ ਇੱਕੋ ਜਿਹੀ ਹੋਏ, ਸਕੂਲ ਇੱਕੋ ਜਿਹਾ ਹੋਏ, ਬੱਚੇ ਦਾ ਸਮਾਜੀ ਪਿਛੋਕੜ ਇੱਕੋ ਜਿਹਾ ਹੋਏ, ਤਾਂ ਜਿਹੜਾ ਬੱਚਾ ਮਾਂ ਬੋਲੀ ਮਾਧਿਅਮ 'ਚ ਪੜ੍ਹੇਗਾ ਔਰ ਅੰਗਰੇਜ਼ੀ ਨੂੰ ਇੱਕ ਵਿਸ਼ੇ ਵਜੋਂ, ਉਹ ਵੀ ਥੋੜ੍ਹਾ ਦੇਰ ਨਾਲ, ਮਤਲਬ 9-10 ਸਾਲ ਦੀ ਉਮਰ ਤੋਂ ਬਾਅਦ ਉਹ ਪੜ੍ਹੇਗਾ, ਉਹਨੂੰ ਅੰਗਰੇਜ਼ੀ ਜ਼ਿਆਦਾ ਆਊਗੀ। ਜਿਹੜਾ ਪਹਿਲੇ ਦਿਨ ਤੋਂ ਅੰਗਰੇਜ਼ੀ ਮਾਧਿਅਮ ਚਲਾ ਜਾਊਗਾ ਉਹਨੂੰ ਅੰਗਰੇਜ਼ੀ ਘੱਟ ਆਏਗੀ। ਇਹ ਤਾਂ ਹੁਣ ਅੰਗਰੇਜ਼ੀ ਦਾ ਸਭ ਤੋਂ ਵੱਡਾ ਡਾਕਟਰਾਂ ਦਾ ਪਿਆ। ਤੇ ਜੇ ਹੁਣ ਆਪਾਂ ਸਾਨੂੰ ਦਿਲ ਦਾ ਡਾਕਟਰਾਂ ਦਾ ਵੀ ਤੁਹਾਨੂੰ ਦਿਲ ਦੀ ਬਿਮਾਰੀ ਹੈ ਤੇ ਦਿਲ ਦੀ ਬਿਮਾਰੀ ਤੋਂ ਤੁਹਾਨੂੰ ਜਿਉਂਦਾ ਰਹਿਣ ਵਾਸਤੇ ਆਹ ਗੋਲੀ ਤੁਹਾਨੂੰ ਖਾਣੀ ਪੈਣੀ ਹੈ, ਤੇ ਆਪਾਂ ਤੇ ਉਹ ਗੋਲੀ ਖਾਂਦੇ ਨਹੀਂ। ਅਸੀਂ ਜਾ ਕੇ ਹੋਰ ਜਿਹੜਾ ਐਵੇਂ ਦੇਸੀ ਫਾਰਮੂਲੇ ਦਿਮਾਗ ਦੇ ਵਿੱਚ ਪਏ ਹੋਏ ਨੇ, ਐਵੇਂ ਹੀ ਚੂਰਨ ਲੈ ਕੇ ਆਹ ਖਾ ਲਓ, ਆਹ ਖਾ ਲਓ, ਮਰਨਾ ਹੀ ਹੈ। ਤੇ ਇਹ ਹੋ ਰਿਹਾ, ਸਾਡੀ ਸਿੱਖਿਆ ਮਰ ਰਹੀ ਹੈ, ਸਾਡਾ ਕੰਮ ਕਾਜ ਔਖਾ। ਹਾਂ ਆਪਾਂ ਤੁਸੀਂ ਪੱਤਰਕਾਰ ਜੇ, ਮੈਂ ਵੇਖਣਾ ਜਿਹੜੇ ਅਖਬਾਰਾਂ ਦੀਆਂ ਖਬਰਾਂ ਆਉਂਦੀਆਂ ਨੇ ਜਾਂ ਖਾਸ ਤੌਰ 'ਤੇ ਸਿੱਧਾ ਪ੍ਰਸਾਰਣ ਹੁੰਦਾ ਹੈ ਟੈਲੀਵਿਜ਼ਨ ਦੇ ਉੱਤੇ, ਉਹਦੇ ਵਿੱਚ ਪੱਤਰਕਾਰ ਵੀਰ ਇੰਨੇ ਅੰਗਰੇਜ਼ੀ ਦੇ ਸ਼ਬਦ ਬੋਲਦੇ ਨੇ, ਉਹਦੇ ਚੰਗੇ ਭਲੇ BA ਪਾਸ ਨੂੰ ਜਿਹੜਾ ਜਿਹਨੇ 14-15 ਜਮਾਤਾਂ ਪਾਸ ਕੀਤੀਆਂ ਉਹਨੂੰ ਵੀ ਸਮਝ ਨਹੀਂ ਆਉਂਦੇ, ਤੇ ਖਬਰ ਕਿਵੇਂ ਸਮਝ ਆ ਜੂਗੀ। ਤੇ ਸਾਡੇ ਤੇ ਗੱਲਬਾਤ ਹੀ ਰੁਕੀ ਹੋਈ ਹੈ ਤੇ ਕੰਮ ਹੀ ਰੁਕ ਗਿਆ ਤੇ ਕੰਮ। ਤੇ ਇਸ ਕਰਕੇ ਹੋਰ ਭਾਸ਼ਾਵਾਂ ਸਿੱਖਣ ਦਾ ਤਰੀਕਾ ਆ, ਬਾਹਰ ਦੱਸਦੇ ਨੇ, ਇੱਕ ਸਿੱਕੇਬੰਦ ਤਰੀਕੇ ਨੇ, ਸਾਰੀ ਦੁਨੀਆ ਉਹ ਜਾਣਦੀ ਹੈ ਔਰ ਸਾਰੀ ਦੁਨੀਆ ਸਿੱਖ ਰਹੀ ਹੈ। ਸਾਨੂੰ ਵੀ ਉਹ ਤਰੀਕੇ ਅਪਣਾਉਣੇ ਚਾਹੀਦੇ ਨੇ ਔਰ ਜੋ ਠੀਕ ਨੀਤੀ ਹੈ, ਜੋ ਸਾਰੀ ਕਾਮਯਾਬ ਦੁਨੀਆ ਕਰਦੀ ਹੈ ਪਈ, ਜੋ ਸਿੱਖਿਆ ਬਾਹਰ ਆਉਂਦੇ ਨੇ, ਜੋ ਭਾਸ਼ਾ ਬਾਹਰ ਆਉਂਦੇ ਨੇ, ਉਹਨਾਂ ਦੀ ਸੁਣ ਕੇ ਤੇ ਉਹਦੇ ਤੇ ਆਪਣੀ ਆਪ ਜਿਹੜਾ ਵਿਹਾਰ ਜਿਹੜਾ ਹੈ, ਆਪਣਾ ਕੰਮਕਾਜ ਕਰਨਾ ਚਾਹੀਦਾ, ਸਿੱਖਿਆ ਕਰਨੀ ਚਾਹੀਦੀ ਹੈ। ਨਹੀਂ ਤਾਂ ਸਾਡੇ ਬਹੁਤ ਵੱਡੇ ਨੁਕਸਾਨ ਹੁੰਦੇ ਨੇ, ਪਏ ਹੋਰ ਹੋਣਗੇ। ਜਿੰਨੀ ਛੇਤੀ ਆਪਣਾ ਇਹ ਜਿਹੜਾ ਕੁਰਾਏ ਪਏ ਹੋਇਆਂ ਨੂੰ ਕੁਰਾਹ ਨੂੰ ਛੱਡ ਦਿਆਂਗੇ, ਉਹਨਾਂ ਨੂੰ ਨੁਕਸਾਨ ਘੱਟ ਹੋਏਗਾ, ਤੇ ਨਹੀਂ ਤੇ ਹੋਏਗਾ ਹੀ, ਹੁੰਦਾ ਪਿਆ ਹੋਰ ਹੋਏਗਾ। ਧੰਨਵਾਦ। ਇੱਕ ਸਿੱਖਿਆ ਨੀਤੀ ਦੀ ਆਪਾਂ ਗੱਲ ਕਰੀਏ, ਤੁਸੀਂ ਹਵਾਲਾ ਦਿੱਤਾ ਸਿੱਖਿਆ ਨੀਤੀ ਦਾ, ਤੇ ਜਿਹੜੇ ਆਪਣੇ ਪੰਜਾਬ ਦੇ ਨੌਜਵਾਨ ਨੇ, ਤੁਸੀਂ ਦੇਖ ਲਓ ਕਾਲਜ ਜਿਹੜੇ ਨੇ, ਸਰਕਾਰੀ ਕਾਲਜਾਂ ਦੇ ਵਿੱਚ ਦਾਖਲੇ ਘਟ ਰਹੇ ਨੇ, ਤੇ ਆਈਲੈਟ ਸੈਂਟਰ ਜਿਹੜੇ ਹੈਗੇ ਆ ਉਹਨਾਂ ਦੇ ਵਿੱਚ ਲਾਈਨਾਂ ਲੱਗੀਆਂ ਹੋਈਆਂ ਨੇ, ਤੇ ਬਹੁਤ ਵੱਡੇ ਵੱਡੇ ਬੋਰਡ ਵੀ ਲੱਗੇ ਹੋਏ ਨੇ, ਆਓ ਕੈਨੇਡਾ UK ਲੈ ਜਾਓ, ਹੈ ਨਾ ਜੀ। ਤੇ ਉਹ ਤੁਸੀਂ ਕਿਵੇਂ ਦੇਖਦੇ ਹੋ ਵੀ ਬੱਚੇ ਜਿਹੜੇ ਨੇ ਉਹ ਸਿੱਧਾ ਉਹਨਾਂ ਦਾ ਇੰਟਰਸਟ ਜਿਹੜਾ ਇੰਗਲਿਸ਼ ਵੱਲ ਝੁਕਾਅ ਹੈਗਾ, ਤੇ ਉਹਨਾਂ ਲਈ ਇੱਕ ਚੈਲੰਜ ਵੀ ਬਣਿਆ ਹੋਇਆ ਕਿ ਆਈਲੈਟਸ ਵੱਡਾ ਹਊਆ ਵੀ ਬਣਿਆ ਹੋਇਆ। ਆਪਾਂ ਨੂੰ ਇਸ ਸਵਾਲ ਨੂੰ ਇਸ ਤਰ੍ਹਾਂ ਵੀ ਵੇਖਣਾ ਚਾਹੀਦਾ ਹੈ ਕਿ ਅਕਸਰ ਲੋਕ ਬਾਹਰ ਕਿਉਂ ਜਾਂਦੇ ਪਏ ਨੇ। ਜੇ ਸਾਡੀ ਸਿੱਖਿਆ ਚੰਗੀ ਹੋਵੇ, ਕਾਮਯਾਬ ਹੋਵੇ, ਅਸੀਂ ਵਧੀਆ ਵਿਗਿਆਨੀ, ਇੰਜੀਨੀਅਰ, ਤਕਨੀਸ਼ੀਅਨ, ਵਧੀਆ ਗਿਆਨਵਾਨ ਬੰਦੇ, ਵਧੀਆ ਮਾਹਰ ਪੈਦਾ ਕਰੀਏ, ਤੇ ਉਹਨਾਂ ਦੀ ਮੰਡੀ ਦੇ ਵਿੱਚ ਉਹਨਾਂ ਦੀ ਕਦਰ ਹੋਏਗੀ, ਲੋੜ ਹੋਏਗੀ, ਉਹਨਾਂ ਨੂੰ ਦੇਸ਼ ਛੱਡਣ ਦੀ ਮਜਬੂਰੀ ਨਹੀਂ ਪੈਦਾ ਹੋਏਗੀ। ਅਸਲ 'ਚ ਉਲਟਾ ਹੋ ਰਿਹਾ ਹੈ। ਲੋਕ ਤਾਂ ਸਮਝਦੇ ਨੇ ਕਿ ਬਾਹਰ ਜਾਣਾ ਇਸ ਲਈ ਅੰਗਰੇਜ਼ੀ ਸਿੱਖੋ। ਅੰਗਰੇਜ਼ੀ ਅਸੀਂ ਆਪਣੀਆਂ ਭਾਸ਼ਾਵਾਂ ਨੂੰ ਛੱਡਿਆ ਹੈ, ਇਸ ਕਰਕੇ ਸਾਡੀ ਇਹ ਨੌਬਤ ਆ ਗਈ ਹੈ ਕਿ ਸਾਨੂੰ ਆਪਣਾ ਦੇਸ਼ ਵੀ ਛੱਡਣਾ ਪੈ ਰਿਹਾ। ਜੇ ਅਸੀਂ ਵੀ ਕੋਰੀਆ ਵਾਂਗ, ਜਾਪਾਨ ਵਾਂਗ, ਫਰਾਂਸ ਵਾਂਗ, ਰੂਸੀਆ ਵਾਂਗ, ਹੋਰ ਜਿਹੜੇ ਤਗੜੇ ਦੇਸ਼ ਨੇ, ਚੀਨੀਆਂ ਵਾਂਗ, ਅਸੀਂ ਵੀ ਆਪਣੀਆਂ ਬੋਲੀਆਂ 'ਚ ਆਪਣੀ ਪੜ੍ਹਾਈ ਕਰਾਉਂਦੇ, ਵਧੀਆ ਪੜ੍ਹਾਈ ਕਰਾਉਂਦੇ, ਸਾਡੇ ਵੀ ਉਨੇ ਹੀ ਵਧੀਆ ਵਿਗਿਆਨੀ, ਤਕਨੀਕ, ਇੰਜੀਨੀਅਰ ਹੁੰਦੇ, ਅਸੀਂ ਵੀ ਉਹੋ ਜਿਹੀਆਂ ਵਧੀਆ ਚੀਜ਼ਾਂ ਬਣਾਉਂਦੇ, ਸਾਡਾ ਸਮਾਨ ਵੀ ਦੁਨੀਆ ਦੇ ਵਿੱਚ ਵਿਕਦਾ, ਅਸੀਂ ਵੀ ਤਗੜੇ ਮੁਲਕ ਹੁੰਦੇ, ਅਮੀਰ ਮੁਲਕ ਹੁੰਦੇ, ਸਾਨੂੰ ਰੋਟੀ ਰੋਜੀ ਦੀ ਨੌਬਤ ਜਿਹੜੀ ਆ ਮਜਬੂਰੀ ਪੈਦਾ ਹੋਈ ਹੈ ਨਾ ਹੁੰਦੀ ਤੇ ਸਾਨੂੰ ਦੇਸ਼ ਛੱਡਣਾ ਹੀ ਨਹੀਂ ਸੀ ਪੈਣਾ। ਤਾਂ ਉਸ ਜਿਹੜੀ ਨੀਤੀ ਕਰਕੇ ਸਾਡੀ ਇਹ ਸਥਿਤੀ ਪਈ ਹੈ, ਪੈਦਾ ਹੋਈ ਹੈ, ਉਸ ਨੀਤੀ ਨੂੰ ਅਸੀਂ ਹੋਰ ਜ਼ਿਆਦਾ ਜਿਹੜਾ ਭਾਰੂ ਰੂਪ 'ਚ ਲਾਗੂ ਕਰਨਾ ਚਾਹੁੰਦੇ ਹਾਂ, ਤਾਂ ਸਾਡੀ ਸਥਿਤੀ ਹੋਰ ਮਾੜੀ ਹੋਏਗੀ, ਚੰਗੀ ਥੋੜ੍ਹੀ ਹੋਏਗੀ। ਇੱਕ ਜੇ ਆਪਾਂ ਪੂਰੇ ਦੁਨੀਆ ਦੇ ਵਿੱਚ ਤਾਂ ਦੇਖਣਾ ਤੇ ਕਾਮਨ ਭਾਸ਼ਾ ਇੰਗਲਿਸ਼ ਬਣ ਗਈ, ਅੰਗਰੇਜ਼ੀ ਜਿਹੜੀ ਕਾਮਨ ਭਾਸ਼ਾ ਬਣ ਗਈ ਹੈ, ਤੇ ਕਈ ਲੋਕਾਂ ਦੇ ਇਹ ਵੀ ਤਰਕ ਦਿੰਦੇ ਹੈਗੇ ਵੀ ਅੰਗਰੇਜ਼ੀ ਹੁਣ ਭਾਸ਼ਾ ਨਹੀਂ ਰਹੀ, ਉਹ ਇੱਕ ਲੋੜ ਬਣ ਗਈ ਹੈ। ਤੁਸੀਂ ਕਿਵੇਂ ਦੇਖਦੇ? ਇਹ ਬਿਲਕੁਲ ਗਲਤ ਸਵਾਲ ਤੁਹਾਡਾ, ਬੜਾ ਵਧੀਆ ਹੈ। ਇਹ ਬਿਲਕੁਲ ਗਲਤ ਸਮਝਿਆ ਕਿ ਦੁਨੀਆ ਸਾਰੀ ਦੀ ਜਿਹੜੀ ਹੈ ਸਾਂਝੀ ਭਾਸ਼ਾ ਅੰਗਰੇਜ਼ੀ ਬਣ ਗਈ ਹੈ। 800 ਕਰੋੜ ਦੁਨੀਆ ਦੀ ਆਬਾਦੀ ਹੈ। ਉਹ 800 ਕਰੋੜ ਦੇ ਵਿੱਚੋਂ ਜੇ ਬਹੁਤ ਖਿੱਚ ਤੂ ਕੇ ਵਧਾ ਚੜਾ ਕੇ ਆਪਾਂ ਕਹੀਏ ਤਾਂ 200 ਕਰੋੜ ਤੋਂ ਵੱਧ ਲੋਕਾਂ ਨੂੰ ਅੰਗਰੇਜ਼ੀ ਨਹੀਂ ਆਉਂਦੀ। ਜਿਹੜੇ ਅੰਗਰੇਜ਼ੀ ਦੇ ਮਾਤ ਭਾਸ਼ੀ ਲੋਕ ਨੇ ਉਹਦੇ 50 ਕਰੋੜ ਵੀ ਹੈ ਨਹੀਂ ਹਨ ਜਿਨ੍ਹਾਂ ਦੀ ਅੰਗਰੇਜ਼ੀ ਮਾਂ ਬੋਲੀ ਹੋਵੇ। ਬਾਕੀ ਜਿਹੜੇ ਦੂਜੇ ਨੇ ਉਹ ਵੀ ਇਸ ਤਰ੍ਹਾਂ, ਜਿਵੇਂ ਭਾਰਤ ਦੇ ਬਹੁਤ ਸਾਰੇ ਲੋਕ ਭਾਰਤੀ ਸਿੱਖ ਗਏ ਨੇ। ਤਾਂ ਇਹ ਸਮਝਣਾ, ਤੁਸੀਂ ਜਰਮਨ ਚਲੇ ਜਾਓ, ਤੁਹਾਡਾ ਅੰਗਰੇਜ਼ੀ ਨਾਲ ਉੱਕਾ ਕੰਮ ਨਹੀਂ ਚੱਲਦਾ। ਫਰਾਂਸ ਚਲੇ ਜਾਓ, ਉੱਕਾ ਨਹੀਂ ਚੱਲਦਾ। ਮੈਂ ਕਹਿੰਦਾ ਕਿ ਤੁਸੀਂ ਇੰਗਲੈਂਡ ਵੀ ਚਲੇ ਜਾਓ ਤੇ ਜਿਹੜੀ ਅੰਗਰੇਜ਼ੀ ਅਸੀਂ ਸਿੱਖਦੇ ਪਏ ਹਾਂ, ਸਾਡਾ ਉਹਦੇ ਨਾਲ ਕੰਮ ਨਹੀਂ ਚੱਲਦਾ। ਮੈਂ ਇੰਗਲੈਂਡ ਦੇ ਵਿੱਚ ਪੜ੍ਹ ਕੇ ਆਇਆ, ਉੱਥੋਂ ਮੈਂ PhD ਕਰਕੇ ਆਇਆ, 3 ਸਾਲ ਮੈਂ ਉੱਥੇ 3.5 ਸਾਲ ਰਿਹਾ। ਤਾਂ ਮੈਂ 40 ਕਿਲੋਮੀਟਰ ਦੂਰ ਜਿਹੜੇ ਸ਼ਹਿਰ 'ਚ ਮੈਂ ਪੜ੍ਹਦਾ ਸਾਂ, ਉੱਥੋਂ 40 ਕਿਲੋਮੀਟਰ ਦੂਰ ਦੂਜੇ ਸ਼ਹਿਰ ਚਲਾ ਗਿਆ। ਮੈਨੂੰ ਚੰਗੀ ਭਲੀ ਵਾਹਵਾ ਅੰਗਰੇਜ਼ੀ ਆਉਂਦੀ ਹੈ, ਮੈਂ ਅੰਗਰੇਜ਼ੀ 'ਚ ਹੀ ਸਾਰੀ ਪੜ੍ਹਾਈ ਕਰਦਾ ਪਿਆ ਸਾਂ ਉੱਥੇ। ਪਰ ਮੈਨੂੰ ਤਾਂ ਉਹ ਸ਼ਹਿਰ ਦੇ ਲੋਕਾਂ ਦੀ ਅੰਗਰੇਜ਼ੀ ਸਮਝ ਹੀ ਨਹੀਂ ਆਈ, ਕਿਉਂਕਿ ਉਹਨਾਂ ਦਾ ਲਹਿਜਾ ਜਿਹੜਾ ਸੀ, ਐਕਸੈਂਟ ਸੀ, ਉਹ ਬਿਲਕੁਲ ਹੀ ਵੱਖਰੀ ਸੀ। ਜਿਹੜੀ ਬੱਚਿਆਂ ਨੂੰ ਅਸੀਂ
ਅਸੀਂ ਅੰਗਰੇਜ਼ੀ ਪੜ੍ਹਾ ਰਹੇ ਹਾਂ। ਜੇ ਬੱਚਾ ਨਿਊਯਾਰਕ ਗਿਆ ਉੱਥੇ ਅੰਗਰੇਜ਼ੀ ਹੋਰ ਤਰ੍ਹਾਂ ਦੀ ਨਾਲ ਵਾਹ ਪੈਣਾ ਹੈ, ਜੇ ਲੰਡਨ ਗਿਆ ਉੱਥੇ ਹੋਰ ਤਰ੍ਹਾਂ ਦੀ ਨਾਲ ਵਾਹ ਪੈਣਾ ਹੈ, ਜੇ ਮਤਲਬ ਅਫਰੀਕਾ ਚਲਾ ਗਿਆ ਉੱਥੇ ਹੋਰ ਤਰ੍ਹਾਂ ਦੀ ਨਾਲ ਵਾਹ ਪੈਣਾ ਹੈ। ਇਹ ਅੰਗਰੇਜ਼ੀ ਉਹਨੂੰ ਹਟ ਕੇ ਜਾ ਕੇ ਮੁੜ ਸਿੱਖਣੀ ਪੈਣੀ ਹੈ। ਇਹ ਆਪਾਂ ਨੂੰ ਭਰਮ ਹੈ ਕਿ ਅੰਗਰੇਜ਼ੀ ਸਿਖਾ ਰਹੇ ਹਾਂ ਬੜੀ ਕੰਮ ਆਊਗੀ। ਇਹ ਤਾਂ ਖਾਸ ਤੌਰ ਤੇ ਜਿਹੜੀ ਬੋਲਚਾਲ ਦੀ ਅੰਗਰੇਜ਼ੀ ਹੈ, ਔਰ ਸਾਡੇ ਬੱਚਿਆਂ ਨੂੰ ਜਿਹੜੇ ਬਾਹਰ ਜਾ ਰਹੇ ਨੇ ਉਹਨਾਂ ਨੂੰ ਬੋਲਚਾਲ ਦੀ ਅੰਗਰੇਜ਼ੀ ਦੀ ਲੋੜ ਹੈ, ਕਿਉਂਕਿ ਉਹਨਾਂ ਤੇ ਕੰਮ ਹੀ ਉਹੋ ਜਿਹੇ ਕਰਨੇ ਨੇ। ਉਹਨਾਂ ਨੂੰ ਕੋਈ ਵੱਡੇ ਅਫਸਰਾਂ ਵਾਲੀਆਂ ਨੌਕਰੀਆਂ ਤਾਂ ਮਿਲਣੀਆਂ ਨਹੀਂ, ਉੱਥੇ ਉਹਨਾਂ ਪੈਟਰੋਲ ਪੰਪਾਂ ਤੇ ਇਹੋ ਜਿਹੇ ਮਜ਼ਦੂਰੀ ਵਾਲੇ ਕੰਮ ਕਰਨੇ ਨੇ। ਉਹ ਲਿਖਤ ਦਾ ਕੰਮ ਤੇ ਹੋਣਾ ਨਹੀਂ, ਉੱਥੇ ਬੋਲਚਾਲ ਦਾ ਕੰਮ ਹੋਣਾ ਹੈ। ਤਾਂ ਇਸ ਕਰਕੇ ਜੇ ਬੱਚੇ ਨਿਊਯਾਰਕ ਜਾਣਾ ਹੈ ਤਾਂ ਉਹਨੂੰ ਨਿਊਯਾਰਕ ਦੀ ਬੋਲਚਾਲ ਦੀ ਅੰਗਰੇਜ਼ੀ ਪੜ੍ਹਾਉਣੀ ਚਾਹੀਦੀ ਹੈ, ਲੰਡਨ ਜਾਣਾ ਤਾਂ ਲੰਡਨ ਦੀ ਪੜ੍ਹਾਉਣੀ ਚਾਹੀਦੀ ਹੈ। ਤਾਂ ਇਸ ਕਰਕੇ ਸਾਡੀ ਜਿਹੜੀ ਸਾਰੇ ਅਸੀਂ ਕੁਝ ਭਰਮ ਜਿਹੇ ਲੈ ਕੇ ਬੈਠੇ ਹੋਏ ਹਾਂ, ਔਰ ਸਿਆਣਿਆਂ ਦੀ ਜਿਹੜੀ ਮਾਹਰ ਬੰਦੇ ਨੇ ਇਸ ਖੇਤਰ ਦੇ ਉਹਨਾਂ ਦੀ ਗੱਲ ਅਸੀਂ ਸੁਣਦੇ ਨਹੀਂ ਪਏ। ਅਸੀਂ ਦੁਨੀਆ ਵੱਲ ਨਹੀਂ ਵਹਿੰਦੇ ਪਏ, ਬਾਕੀ ਦੁਨੀਆ ਕਾਮਯਾਬ ਕੀ ਕਰਦੀ ਪਈ ਇਸ ਭਾਸ਼ਾ ਦੇ ਮਾਮਲੇ ਤੇ। ਇਹ ਸਾਡੀ ਇਕੱਲੀ ਲੋੜ ਨਹੀਂ, ਇਹ ਸਾਰੀ ਸਥਿਤੀ ਸਾਡੀ ਸਿਰਫ ਨਹੀਂ ਹੈ, ਪੰਜਾਬ ਦੀ ਨਹੀਂ, ਭਾਰਤ ਦੀ ਨਹੀਂ, ਸਾਰੀ ਦੁਨੀਆ ਦੀ ਇਹ ਸਥਿਤੀ ਹੈ। ਤਾਂ ਆਪਾਂ ਨੂੰ ਹੋਰਨਾਂ ਤੋਂ ਸਿੱਖਣ ਦੀ ਲੋੜ ਹੈ ਕਿ ਉਹ ਕੀ ਕਰਦੇ ਨੇ ਔਰ ਕਿਉਂ ਕਾਮਯਾਬ ਨੇ, ਉਹਨਾਂ ਦੀਆਂ ਭਾਸ਼ਾ ਨੀਤੀਆਂ ਕੀ ਨੇ ਕਾਮਯਾਬ ਦੇਸ਼ਾਂ ਦੀਆਂ, ਤੇ ਅਸੀਂ ਵੀ ਉਹ ਨੀਤੀਆਂ ਅਪਣਾਵਾਂਗੇ ਤੇ ਅਸੀਂ ਵੀ ਅੱਗੇ ਵਧਾਂਗੇ। ਜਿਹੜੀ ਇੱਕ ਸਰਕਾਰ ਹੁੰਦੀ ਹੈ, ਸਰਕਾਰ ਵੱਲੋਂ ਇਹ ਗੱਲ ਵਾਰ-ਵਾਰ ਸਾਹਮਣੇ ਆਉਂਦੀ ਹੈ ਕਿ ਮਾਤ ਭਾਸ਼ਾ ਦੀ ਪ੍ਰਫੁੱਲਤਾ ਲਈ ਕੰਮ ਕਰ ਰਹੀ ਹੈ ਸਰਕਾਰ। ਤੇ ਪਿਛਲੇ ਦਿਨੀ ਮੁੱਖ ਮੰਤਰੀ ਪੰਜਾਬ ਦਾ ਹੀ ਬਿਆਨ ਆਇਆ ਭਗਵੰਤ ਮਾਨ ਹੋਰਾਂ ਦਾ ਕਿ ਭਾਸ਼ਾ ਦਿਵਸ ਤੋਂ ਪਹਿਲਾਂ ਸਾਰੇ ਬੋਰਡ ਸਾਰੇ ਕੰਮਕਾਰ ਜਿਹੜੇ ਨੇ ਪੰਜਾਬੀ 'ਚ ਕਰ ਦਿਓ। ਤੇ ਤੁਸੀਂ ਕਿਵੇਂ ਦੇਖਦੇ ਹੋ? ਚਲੋ ਇਸ ਬਿਆਨ ਦੀ ਸ਼ਲਾਘਾ ਕਰਨੀ ਬਣਦੀ ਹੈ। ਚਲੋ ਬਿਆਨ ਤੇ ਆਇਆ, ਪਰ ਅਮਲ ਵਿੱਚ ਵੀ ਹੋਏਗਾ ਤਾਂ ਹੀ ਨਾ। ਮੁੱਖ ਮੰਤਰੀ ਸਾਹਿਬ ਦੇ ਸਿਰਫ ਇਹ ਹੀ ਨਹੀਂ ਕਿ ਪੰਜਾਬ ਦੇ ਜਿਹੜੇ ਸੂਚਨਾ ਫੱਟੇ ਨੇ ਨਾਂ ਨੂੰ ਨੇ ਉਹ ਸਾਰੇ ਜਾਣਕਾਰੀ ਉਹ ਪੰਜਾਬੀ 'ਚ ਹੋ ਜਾਏ। ਮੁੱਖ ਮੰਤਰੀ ਸਾਹਿਬ ਨੂੰ ਮੇਰੀ ਇਹ ਵੀ ਬੇਨਤੀ ਹੈ ਕਿ ਉਹਨਾਂ ਦੇ ਜਿਹੜੇ ਦਫ਼ਤਰ 'ਚੋਂ ਚਿੱਠੀਆਂ ਨਿਕਲਦੀਆਂ ਨੇ ਉਹ ਵੀ ਪੰਜਾਬੀਆਂ ਨੂੰ ਪੰਜਾਬੀ 'ਚ ਨਿਕਲਣ। ਮੈਂ ਹੁਣੇ ਤੁਹਾਡੇ ਨਾਲ ਗੱਲ ਕੀਤੀ ਹੈ ਕਿ ਇੰਗਲੈਂਡ ਦਾ ਜਿਹੜਾ ਸਿਹਤ ਦਾ ਮਹਿਕਮਾ ਹੈ ਉਹ ਇੰਗਲੈਂਡ ਦੇ ਪੰਜਾਬੀਆਂ ਨੂੰ ਪੰਜਾਬੀ ਚਿੱਠੀ ਲਿਖਦਾ ਹੈ, ਤੇ ਸਾਡਾ ਪੰਜਾਬ ਦਾ ਜਿਹੜਾ ਮੁੱਖ ਮੰਤਰੀ ਦਾ ਦਫ਼ਤਰ ਹੈ ਉਹ ਪੰਜਾਬੀਆਂ ਨੂੰ ਅੰਗਰੇਜ਼ੀ ਚਿੱਠੀ ਲਿਖਦਾ ਹੈ। ਤਾਂ ਚੰਗੀ ਗੱਲ ਹੈ, ਜਿਹੜਾ ਚਲੋ ਸ਼ਲਾਘਾ ਕਰਨੀ ਬਣਦੀ ਹੈ, ਚੰਗੀ ਗੱਲ ਕੀਤੀ ਗਈ ਹੈ। ਪਰ ਇਹ ਸਿਰਫ ਇਹਨਾਂ ਦੇ ਨਾਂ ਜਿਹੜੇ ਨੇ ਸੂਚਨਾ ਫੱਟਿਆਂ ਤੇ ਪੰਜਾਬੀ 'ਚ ਹੋਣ ਨਾਲ ਸਾਡਾ ਮਸਲਾ ਬਹੁਤ ਹੱਲ ਨਹੀਂ ਹੁੰਦਾ। ਇਹ ਸ਼ਲਾਘਾਯੋਗ ਇੱਕ ਕਦਮ, ਪਰ ਸਾਡੀ ਅਸਲੀ ਲੋੜ ਜਿਹੜੀ ਹੈ ਕਿ ਪੰਜਾਬ ਦਾ ਦਫ਼ਤਰਾਂ ਦਾ ਕੰਮਕਾਜ, ਨੌਕਰੀਆਂ ਦੇ ਇਮਤਿਹਾਨ, ਉਚੇਰੀ ਸਿੱਖਿਆ, ਸਾਡੀ ਮੁੱਢਲੀ ਸਾਰੀ ਸਿੱਖਿਆ ਜਿਹੜੀ ਹੈ ਪੰਜਾਬ ਦਾ ਸਭ ਕੁਝ, ਭਾਸ਼ਾ ਜਿੱਥੇ ਵੀ ਭਾਸ਼ਾ ਦੀ ਲੋੜ ਹੈ ਪੰਜਾਬੀ ਨਾਲ ਹੋਵੇ ਸਭ ਕੁਝ, ਤਾਂ ਅਸੀਂ ਅੱਗੇ ਵਧ ਸਕਾਂਗੇ। ਨਹੀਂ ਤੇ ਛੋਟੇ ਮੋਟੇ ਜਿਹੜੇ ਬਿਆਨ ਨੇ ਇਹ ਰਾਜਨੀਤਿਕ ਤੌਰ ਤੇ ਲੋਕਾਂ ਨੂੰ ਚੰਗੇ ਤੇ ਲੱਗ ਸਕਦੇ ਨੇ, 4 ਵੋਟਾਂ ਜਿਹੜੀਆਂ ਤੁਹਾਡੀਆਂ ਬਣ ਸਕਦੀਆਂ ਨੇ, ਪਰ ਇਹਦੇ ਨਾਲ ਸਾਡਾ ਮਸਲਾ ਜਿਹੜਾ ਹੱਲ ਨਹੀਂ ਹੋਣ ਲੱਗਾ। ਬੋਲੀ ਦੇ ਅੱਗੇ ਮਾਂ ਲੱਗਿਆ ਹੁੰਦਾ ਹੈ। ਜਿਹੜੀਆਂ ਪੰਜਾਬ ਦੀਆਂ ਮਾਵਾਂ ਨੇ ਆਪਣੇ ਬੱਚਿਆਂ ਨੂੰ ਕਿਉਂਕਿ ਭਾਸ਼ਾ ਨਾਲ, ਮਾਂ ਬੋਲੀ ਨਾਲ ਜੋੜਦੀਆਂ ਹੈਗੀਆਂ ਨੇ, ਉਹ ਮਾਵਾਂ ਨੂੰ ਕੀ ਸੰਦੇਸ਼ ਦਿੰਦੇ ਹੋ ਕਿ ਕਿਵੇਂ ਆਪਣੀ ਭਾਸ਼ਾ ਨਾਲ, ਮਾਂ ਬੋਲੀ ਨਾਲ ਜੁੜੇ ਰਹਿਣ ਬੱਚੇ? ਵੇਖੋ, ਮਾਵਾਂ ਤੇ ਜੇ ਉਹਨਾਂ ਨੂੰ ਲੱਗਦਾ ਹੈ ਵੀ ਸਾਨੂੰ ਅੰਗਰੇਜ਼ੀ ਤੋਂ ਬਗੈਰ ਕੋਈ ਲੱਭਣਾ ਹੀ ਨਹੀਂ, ਤਾਂ ਮਾਵਾਂ ਤੇ ਬੱਚਿਆਂ ਨੂੰ ਪਹਿਲੇ ਦਿਨ ਤੋਂ ਅੰਗਰੇਜ਼ੀ ਨਾਲ ਜੋੜਨ ਦੀ ਕੋਸ਼ਿਸ਼ ਕਰਨਗੀਆਂ। ਜੇ ਉਹਨਾਂ ਨੂੰ ਅੰਗਰੇਜ਼ੀ ਥੋੜ੍ਹੀ ਬਹੁਤੀ ਆਉਂਦੀ ਹੈ ਤਾਂ ਬੋਲਣਗੀਆਂ ਵੀ। ਇਸ ਕਰਕੇ ਸਾਨੂੰ ਪੰਜਾਬ 'ਚ ਸਭ ਕੁਝ ਪੰਜਾਬੀ 'ਚ ਮਿਲਣਾ ਚਾਹੀਦਾ ਹੈ। ਪੰਜਾਬ ਦੀਆਂ ਨੌਕਰੀਆਂ ਪੰਜਾਬੀ 'ਚ ਮਿਲਣ, ਪੰਜਾਬ ਦੀ ਉਚੇਰੀ ਪੜ੍ਹਾਈ, ਪੰਜਾਬ ਦਾ ਦਫ਼ਤਰਾਂ ਦਾ ਕੰਮਕਾਜ। ਮੈਂ ਤਾਂ ਕਹਾਂਗਾ ਕਿ ਕਿਉਂ ਅੰਗਰੇਜ਼ੀ 'ਚ ਇਮਤਿਹਾਨ ਪੰਜਾਬ ਦੇ ਕਿਸੇ ਵੀ ਨੌਕਰੀ ਵਾਸਤੇ ਅੰਗਰੇਜ਼ੀ 'ਚ ਇਮਤਿਹਾਨ ਹੋਵੇ ਹੀ ਕਿਉਂ? ਜੇ ਤੁਹਾਨੂੰ ਲੱਗਦਾ ਵੀ ਸਾਡਾ ਇੱਕ ਅਫਸਰ ਹੈ ਪੰਜਾਬ ਦਾ, ਉਹਨੇ ਤਮਿਲਨਾਡੂ ਜਾ ਕੇ ਅੰਗਰੇਜ਼ੀ 'ਚ ਗੱਲ ਕਰਨੀ ਹੈ, ਪੰਜਾਬੀ 'ਚ ਕੰਮ ਨਹੀਂ ਚੱਲਣਾ, ਤਾਂ ਉਹਨੂੰ ਅੰਗਰੇਜ਼ੀ ਸਿਖਾ ਦਿਓ। ਉਹਨੂੰ ਅੰਗਰੇਜ਼ੀ ਇੱਕ ਵਿਸ਼ੇ ਵਜੋਂ ਸਿਖਾ ਦਿਓ। ਇਹ ਕਿੱਡਾ ਕੁ ਵੱਡਾ ਕੰਮ ਹੈ। 6 ਮਹੀਨੇ ਦੇ ਵਿੱਚ ਕਿਸੇ ਬੰਦੇ ਨੂੰ ਇੰਨੀ ਕੁ ਅੰਗਰੇਜ਼ੀ ਸਿਖਾਈ ਜਾ ਸਕਦੀ ਹੈ ਕਿ ਉਹ ਸਾਰਾ ਜਿਹੜਾ ਮੋਟਾ ਕੰਮਕਾਜ ਜਿਹੜਾ ਚਲਾ ਦੇ। ਇੱਥੋਂ ਲੋਕ ਜਾਂਦੇ ਨੇ, ਰੂਸ ਜਾਂਦੇ ਨੇ, ਜਰਮਨੀ ਜਾਂਦੇ ਨੇ, ਯੂਕਰੇਨ ਜਾਂਦੇ ਨੇ, ਉੱਥੇ ਜਾ ਕੇ 6 ਮਹੀਨੇ ਉੱਥੋਂ ਦੀ ਭਾਸ਼ਾ ਸਿੱਖਦੇ ਨੇ, ਫਿਰ ਉਹ ਡਾਕਟਰੀ ਦੀ ਪੜ੍ਹਾਈ ਉਸ ਭਾਸ਼ਾ 'ਚ ਕਰਦੇ ਨੇ। ਜੇ 6 ਮਹੀਨੇ ਸਿੱਖ ਕੇ ਡਾਕਟਰੀ ਦੀ ਪੜ੍ਹਾਈ ਹੋ ਸਕਦੀ ਹੈ, ਤੇ ਜੇ ਸਾਡੇ ਅਫਸਰ ਨੇ ਕਿਸੇ ਨੇ ਪੰਜਾਬ ਦੇ ਬੰਦੇ ਨੇ ਪੰਜਾਬ ਤੋਂ ਬਾਹਰ ਜਾਣਾ ਤਾਂ ਉਹਨੂੰ ਸਿਖਾ ਦਿਓ ਭਾਸ਼ਾ, ਔਰ ਸਕੂਲਾਂ ਦੇ ਵਿੱਚ ਪੜ੍ਹਾਓ। ਅਸੀਂ ਇਹ ਨਹੀਂ ਆਂਦੇ ਵੀ ਸਕੂਲਾਂ ਦੇ ਵਿੱਚ ਦੂਜੀਆਂ ਭਾਸ਼ਾਵਾਂ ਵੀ ਪੜ੍ਹਾਓ। ਤੁਸੀਂ ਬੱਚੇ ਨੂੰ ਜਿਵੇਂ ਦੂਜੀ ਦੁਨੀਆ ਕਰਦੀ ਪਈ ਹੈ, 4th 5ਵੀਂ ਜਮਾਤ ਤੋਂ ਇੱਕ ਪੜ੍ਹਾਓ ਭਾਸ਼ਾ, ਉਦੋਂ ਜਾ ਕੇ ਅੱਗੇ ਜਾ ਕੇ ਇੱਕ ਹੋਰ ਪੜ੍ਹਾਓ। ਮੈਂ ਤਾਂ ਕਹਿੰਦਾ ਕਿ ਬੱਚਾ ਸਕੂਲ ਤੋਂ ਬਾਹਰ ਆਉਣ ਤੱਕ 3-4 ਭਾਸ਼ਾਵਾਂ ਸਿੱਖ ਜੇ, ਪਰ ਉਹਦਾ ਇੱਕ ਤਰੀਕਾ ਆ, ਕਿੰਨਾ ਚਿਰ ਪੜ੍ਹਾਉਣੀ ਹੈ, ਕਿਵੇਂ ਪੜ੍ਹਾਉਣੀ ਹੈ, ਉਹਦਾ ਇੱਕ ਵਿਗਿਆਨਕ ਤਰੀਕਾ ਹੈ, ਸਿੱਕੇਬੰਦ ਤਰੀਕਾ ਹੈ, ਉਹ ਜਿਹੜਾ ਟਕਸਾਲੀ ਤਰੀਕਾ ਹੈ, ਉਹ ਤਰੀਕਾ ਅਪਣਾਉਣਾ ਚਾਹੀਦਾ। ਡਾਕਟਰ ਸਾਹਿਬ ਸ਼ੁਕਰੀਆ, ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਚੰਗਾ ਲੱਗਿਆ। ਸਵਾਲ ਹੋਰ ਵੀ ਬਹੁਤ ਸੀਗੇ, ਸਮਾਂ ਜਦੋਂ ਦੁਬਾਰੇ ਮਿਲਿਆ ਗੱਲਬਾਤ ਤੁਹਾਡੇ ਨਾਲ ਫਿਰ ਕਰਾਂਗੇ ਜੀ। ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੀਆਂ ਗੱਲਾਂ ਲੋਕਾਂ ਤੱਕ ਪਹੁੰਚਾਏ ਹੋ। ਮੇਰੀ ਪੱਤਰਕਾਰ ਭਾਈਚਾਰੇ ਨੂੰ ਖਾਸ ਤੌਰ ਤੇ ਬੇਨਤੀ ਹੈ ਕਿ ਤੁਹਾਡੀ ਜ਼ਿੰਮੇਵਾਰੀ ਸਾਡੇ ਬਹੁਤ ਵੱਡੀ ਬਣਦੀ ਹੈ, ਕਿਉਂਕਿ ਤੁਸੀਂ ਜਿਹੜੀ ਇਹ ਗੱਲ ਲੋਕਾਂ ਤੱਕ ਲੈ ਕੇ ਜਾਣੀ ਹੁੰਦੀ ਹੈ। ਤੁਸੀਂ ਇੱਕ ਤਰ੍ਹਾਂ ਦਾ ਵਿਚੋਲਾ ਜੇ, ਜਿਹੜੇ ਮਾਹਰ ਨੇ ਔਰ ਜਿਹੜੇ ਆਮ ਲੋਕ ਨੇ ਉਹਨਾਂ ਦੇ ਵਿੱਚ। ਔਰ ਮੈਨੂੰ ਇਹ ਖੁਸ਼ੀ ਹੁੰਦੀ ਹੈ ਕਿ ਪੰਜਾਬ ਦਾ ਜਿਹੜਾ ਪੱਤਰਕਾਰ ਭਾਈਚਾਰਾ ਹੈ ਇਸ ਮਾਮਲੇ ਦੇ ਪ੍ਰਤੀ ਕਾਫੀ ਸੰਵੇਦਨਸ਼ੀਲ ਹੈ। ਮੈਨੂੰ ਅੱਜ ਬੜਾ ਚੰਗਾ ਲੱਗਾ ਕਿ ਅੱਜ ਦੀ ਜਿਹੜੀ ਸਾਡੀ ਪ੍ਰੈਸ ਮਿਲਣੀ ਸੀ ਉਹਦੇ ਵਿੱਚ ਚੰਡੀਗੜ੍ਹ ਦੇ ਪੱਤਰਕਾਰ ਬੜੇ ਹੁਮਾ ਕੇ ਆਏ। ਮੈਂ ਦਿਲੋਂ ਧੰਨਵਾਦ ਉਹਨਾਂ ਦਾ ਕਰਨਾ ਆ, ਔਰ ਮੈਂ ਬੇਨਤੀ ਵੀ ਕਰਨਾ ਹੈ ਕਿ ਇਸ ਚੀਜ਼ ਦੇ, ਇਸ ਮਾਮਲੇ ਦੀ ਅਸਲੀਅਤ ਨੂੰ ਆਪਾਂ ਜਾਣੀਏ, ਇਹਨੂੰ ਸਮਝੀਏ, ਠੀਕ ਸਮਝ ਬਣਾਈਏ, ਔਰ ਜੋ ਠੀਕ ਸਮਝੇ ਉਹਨੂੰ ਲਾਗੂ ਕਰੀਏ, ਤਾਂ ਅਸੀਂ ਅੱਗੇ ਵਧ ਸਕਾਂਗੇ। ਬਹੁਤ ਬਹੁਤ ਧੰਨਵਾਦ।
ਸੋ ਇਹ ਸੀਗੇ ਭਾਸ਼ਾ ਵਿਗਿਆਨੀ ਪ੍ਰੋਫੈਸਰ ਜੋਗਾ ਸਿੰਘ, ਜਿਨ੍ਹਾਂ ਦੇ ਨਾਲ ਪੰਜਾਬੀ ਭਾਸ਼ਾ ਦੇ ਬਾਬਤ ਵਿਸਤਾਰਪੂਰਵਕ ਗੱਲਬਾਤ ਹੋਈ ਹੈ। ਬਹੁਤ ਸਾਰੇ ਸਵਾਲ ਇਹਨਾਂ ਨਾਲ ਵਿਚਾਰੇ ਗਏ ਆ ਤੇ ਇਹਨਾਂ ਨੇ ਆਪਣਾ ਪੱਖ ਜਿਹੜਾ ਹੈ ਪੰਜਾਬੀ ਭਾਸ਼ਾ ਦੀ ਬਾਬਤ ਰੱਖਿਆ। ਤੇ ਤੁਹਾਨੂੰ ਇਹ ਇੰਟਰਵਿਊ ਕਿਵੇਂ ਲੱਗੀ ਹੈ, ਸੋ ਆਪਣੇ ਕਮੈਂਟ ਕਰਕੇ ਜ਼ਰੂਰ ਦੱਸਣਾ। ਤੁਸੀਂ ਜੁੜੇ ਰਹਿਣਾ ਦਾ ਅਨਮਿਊਟ ਦੇ ਨਾਲ। ਮੈਨੂੰ ਦਿਓ ਇਜਾਜ਼ਤ। ਮੇਰੇ ਸਹਿਯੋਗੀ ਪ੍ਰਵਿੰਦਰ ਦੇ ਨਾਲ ਜਗਜੀਤ ਸਿੰਘ ਪੰਜੋਲੀ, ਚੰਡੀਗੜ੍ਹ।